ਹਰੇਕ ਦੇਸ਼ ਨਾਲ ਅਲੱਗ ਐਕਸਟ੍ਰੈਡੀਸ਼ਨ ਟ੍ਰੀਟੀ ਕਰਨੀ ਪੈਂਦੀ ਹੈ ਜੀ। ਮੈਨੂੰ ਨਹੀਂ ਲੱਗਦਾ ਅਮਰੀਕਾ ਇਹਦੇ 'ਚ ਕੋਈ ਦਖਲ ਦੇਗਾ। ਅੱਗੇ ਵੀ ਉਹਨਾਂ ਨੇ ਕਈ ਵਾਰ ਅੱਤਵਾਦ ਨਾਲ ਜੁੜੇ ਹੋਏ ਬੰਦੇ ਵਾਪਸ ਕੀਤੇ ਨੇ, ਪੰਜਾਬ ਨੂੰ ਵੀ ਵਾਪਸ ਕੀਤੇ। ਗੈਂਗਸਟਰ ਜਿਹੜਾ ਹੈਗਾ ਹੈ ਉਹ ਕੋਈ ਉਹਨੇ ਇਹ ਤਾਂ ਕਿਹਾ ਨਹੀਂ ਮੈਂ ਖਾਲਿਸਤਾਨ ਬਣਾ ਰਿਹਾ ਜਾਂ ਕੋਈ ਖਾਲਿਸਤਾਨ ਮੂਵਮੈਂਟ ਨਹੀਂ ਉਹ ਚੱਲਿਆ। ਸੋ ਉਸ ਦਾ ਇਹ ਐਕਸੈਪਸ਼ਨਸ ਇਹ ਹੁੰਦੀਆਂ ਕਿ ਜੀ ਇਹ ਸਿਆਸੀ ਹੈ ਜੀ, ਇਹਦੇ ਅੱਤਵਾਦ ਨਾਲ ਨਹੀਂ ਜੁੜਿਆ ਹੋਇਆ, ਇਹ ਪੋਲੀਟੀਕਲ ਮੂਵਮੈਂਟ ਨਾਲ ਜੁੜਿਆ ਹੋਇਆ, ਇਸ ਕਰਕੇ ਇਹਨੂੰ ਭੇਜ ਨਹੀਂ ਰਹੇ। ਸੋ ਉਹ ਹੁਣ ਜਿਹੜਾ ਰੂਲ ਅਪਲਾਈ ਕਰੇਗਾ ਉਹ ਅਮਰੀਕਾ ਦਾ। ਕੈਲੀਫੋਰਨੀਆ ਦਾ ਇਹ ਹੁੰਦਾ ਹੈ ਕਿ ਜਦ ਤੁਸੀਂ ਕੋਈ ਰੈੱਡ ਕਾਰਨਰ ਨੋਟਿਸ ਇਸ਼ੂ ਕੀਤਾ ਹੈ ਜੀ, ਉਹ ਜਿੱਥੇ ਵੀ ਬੰਦਾ ਉਹਨਾਂ ਨੂੰ ਲੱਭ ਗਿਆ ਉਹ ਇੱਕ ਵਾਰ ਉਹਨੂੰ ਜੇਲ੍ਹ 'ਚ ਕਰ ਦੇਣਗੇ, ਫਿਰ ਜੱਜ ਕੋਲ ਜਾਣਗੇ, ਰਾਈਟ, ਫਿਰ ਤੁਹਾਨੂੰ ਉੱਥੇ ਕਾਗਜ਼ ਪੇਸ਼ ਕਰਨੇ ਪੈਣੇ ਆ ਕਿ ਜੀ ਇਹਨੂੰ ਕਿਉਂ ਸਾਨੂੰ ਇੰਡੀਆ ਮੰਗਵਾਉਣਾ। ਉਹ ਕਾਗਜ਼ ਜਿਹੜੇ ਹੈ ਉਹ ਵਾਸ਼ਿੰਗਟਨ ਦੇ ਵਿੱਚੋਂ ਐਮਬੈਸੀ ਦੇ ਰਸਤੇ ਜਾਣਗੇ, ਡੋਸੀਅਰ ਬਣਾ ਕੇ ਉਹਨਾਂ ਨੂੰ ਦੇਣਗੇ, ਉਹ ਡੋਸੀਅਰ ਫਿਰ ਅਮਰੀਕਾ ਜਾਊਗਾ, ਫਿਰ ਸਾਡੀ ਐਮਬੈਸੀ ਇਹਨਾਂ ਨੂੰ ਸਟੇਟ ਡਿਪਾਰਟਮੈਂਟ ਨੂੰ ਕਹੇਗੀ, ਸਟੇਟ ਡਿਪਾਰਟਮੈਂਟ ਫਿਰ ਇੱਕ ਜੱਜ ਨੋਮੀਨੇਟ ਕਰ ਦਿੰਦੇ ਆ, ਉਹ ਜੱਜ ਦੇਖੇਗਾ ਕਾਗਜ਼, ਉਹਨੇ ਹੱਥ ਪੈਰ ਤਾਂ ਮਾਰੂਗਾ ਹੀ ਉਹ ਗੋਲਡੀ ਬਰਾੜ ਉੱਥੇ। ਤੋ ਇਹਦੇ 'ਚ ਕਈ ਵਾਰ ਹੁੰਦਾ ਕਿ ਥੋੜੀ ਮੋਟੀ ਡਿਲੇ ਹੋ ਜਾਂਦੀ ਹੈ ਕਿਉਂਕਿ ਲੀਗਲ ਪ੍ਰੋਸੈਸ ਹੈ। ਕਿ ਜੇ ਤਾਂ ਕੋਈ ਵਿਅਕਤੀ ਆਪਣੀ ਆਈਡੀ ਚੇਂਜ ਕਰ ਲੈਂਦਾ ਹੈ ਫਿਰ ਤਾਂ ਉਸ ਨੂੰ ਉੱਥੋਂ ਵੀ ਡਿਪੋਰਟ ਕੀਤਾ ਜਾ ਸਕਦਾ ਹੈ, ਪਰ ਜੇ ਆਈਡੀ ਨਹੀਂ ਚੇਂਜ ਹੋਈ ਹੁੰਦੀ ਤਾਂ ਕੀ ਫਿਰ ਆਸਾਨੀ ਦੇ ਨਾਲ ਉਸ ਨੂੰ ਇੱਥੇ ਭਾਰਤ ਲਿਆਇਆ ਜਾ ਸਕਦਾ? ਉਹ ਹੋਰ ਜ਼ੁਰਮ ਬਣ ਜਾਂਦਾ ਹੈ। ਜਿਹਨੂੰ ਆਈਡੈਂਟੀਟੀ ਝੂਠ ਬੋਲ ਕੇ ਨਵਾਂ ਨਾਂ ਰੱਖਿਆ ਜੀ, ਉਹ ਫਿਰ ਅਮਰੀਕਾ ਵੈਸੇ ਹੀ ਡਿਪੋਰਟ ਕਰ ਦੇਗਾ, ਫਿਰ ਤੁਹਾਨੂੰ ਐਕਸਟ੍ਰੈਡੀਸ਼ਨ ਕਰਨ ਦੀ ਨਹੀਂ ਲੋੜ। ਫਿਰ ਉਹ ਕਹਿਣਗੇ ਕਿ ਇਹ ਤਾਂ ਗਲਤ ਨਾਂ ਦੇ ਕੇ ਉਹ ਰੋਜ਼ ਕਰਦੇ ਬੰਦੇ ਨੂੰ ਡਿਪੋਰਟ, ਜਿਹੜੇ ਜ਼ਾਲੀ ਵੀਜ਼ਾ ਤੇ ਜਾਂ ਝੂਠ ਬੋਲ ਕੇ ਵੀਜ਼ਾ ਲੈ ਕੇ ਆਏ। ਔਰ ਜੇ ਕੈਨੇਡੀਅਨ ਪੀਆਰ ਇਸ ਦੇ ਕੋਲ ਹੈ ਤਾਂ ਵੀ ਕੀ ਪ੍ਰੋਸੈਸ ਦੇ ਵਿੱਚ ਕੋਈ ਆਪਾਂ ਕਹਿ ਸਕਦੇ ਹਾਂ ਕਿ ਦਿੱਕਤ ਆ ਸਕਦੀ? ਇਹ ਉੱਥੋਂ ਦਾ ਉਹ ਸਿਟੀਜ਼ਨ ਨਹੀਂ ਹੈ, ਉੱਥੋਂ ਦਾ ਪਾਸਪੋਰਟ ਨਹੀਂ ਹੈ, ਪੀਆਰ ਨਾਲ ਨਹੀਂ ਫਰਕ ਪੈਂਦਾ, ਪਾਸਪੋਰਟ ਕਿੱਥੋਂ ਦਾ ਉਹਦੇ ਕੋਲ। ਜੇ ਕਈ ਵਾਰ ਹੁੰਦਾ ਹੈ ਕਿ ਇੱਕ ਦੂਜੇ ਦੇਸ਼ ਦਾ ਬੰਦਾ ਤੀਜੇ ਦੇਸ਼ 'ਚ ਫੜਿਆ ਜਾਵੇ, ਅਸੀਂ ਕਹੀਏ ਸਾਨੂੰ ਵਾਪਸ ਦਿਓ, ਤਾਂ ਉਹ ਕਹਿੰਦੇ ਨਹੀਂ ਮੈਂ ਤਾਂ ਆਪਣੇ ਦੇਸ਼ ਵਾਪਸ ਜਾਣਾ। ਉਹ ਗਲਫ 'ਚ ਕਈ ਵਾਰ ਕਰਦੇ ਨੇ। ਦਾਊਦ ਇਬਰਾਹਿਮ ਦੇ ਬੰਦੇ ਕਈ ਵਾਰ ਇੱਕ ਵਾਰ ਫੜਿਆ ਗਿਆ ਸੀ, ਉਹਦਾ ਭਰਾ ਇਮਰਾਤ 'ਚ ਮੇਰੇ ਤੋਂ ਪਹਿਲਾਂ, ਉਹਨਾਂ ਨੇ ਫਿਰ ਬਹਿਰੀਨ 'ਚ ਕੇਸ ਕਰਤਾ, ਕਿਹਾ ਨਹੀਂ ਜੀ ਬਹਿਰੀਨ ਵਾਲਿਆਂ ਨੂੰ ਪਹਿਲਾਂ ਦਿਓ, ਉਹ ਉੱਥੋਂ ਕਰਕੇ ਭੱਜ ਗਿਆ ਫਿਰ। ਸੋ ਮੇਰਾ ਨਹੀਂ ਖਿਆਲ ਕੈਨੇਡਾ ਇਹਦੇ 'ਚ ਪਊਗਾ ਵੀ। ਔਰ ਜੇ ਗੋਲਡੀ ਬਰਾੜ ਦੇ ਨਾਮ ਦੇ ਨਾਲ ਟੈਰਰਿਸਟ ਲੱਗ ਜਾਂਦਾ, ਉਸ ਸੂਚੀ ਦੇ ਵਿੱਚ ਪਾ ਦਿੱਤਾ ਜਾਂਦਾ, ਤਾਂ ਕੀ ਉੱਥੋਂ ਲਿਆਉਣਾ ਫਿਰ ਸੌਖਾ ਰਹੇਗਾ? ਮੇਰਾ ਨਹੀਂ ਖਿਆਲ ਨਹੀਂ ਸੀ। ਉਹ ਟੈਰਰਿਜ਼ਮ 'ਚ ਫਿਰ ਉਹ ਪੋਲੀਟੀਕਲ ਉਹਦੇ ਨਾਲ ਹੋ ਜਾਂਦਾ ਹੈ। ਉਹ ਫਿਰ ਕਹਿਣਗੇ ਨਹੀਂ ਅਸੀਂ ਇਹਨੂੰ ਇੱਥੇ ਡਿਟੇਨ ਕਰਨਾ, ਜੇ ਟੈਰਰਿਸਟ ਪਤਾ ਕਰੀਏ, ਸਾਡੇ ਇੱਥੇ ਤਾਂ ਟੈਰਰਿਜ਼ਮ ਨਹੀਂ ਸੀ ਕਰ ਰਿਹਾ, ਇਹਨੂੰ ਜੇ ਤੁਸੀਂ ਕਤਲ ਨਾਲ ਹੀ ਜੋੜ ਕੇ ਤੇ ਗੈਂਗਸਟਰ ਤੇ ਡਰੱਗ ਨਾਲ ਜੋੜ ਕੇ ਇਹਦੇ ਤੇ ਕਾਰਵਾਈ ਕੀਤੀ ਜਾਵੇ, ਉਸ ਤੇ ਤੁਸੀਂ ਐਕਸਟ੍ਰਾਈਟ ਕਰ ਲਓ, ਫਿਰ ਜਿਹੜਾ ਵੀ ਕਾਨੂੰਨ ਲਾਉਣਾ ਹੈ ਇੱਥੇ ਆ ਕੇ ਲਾ ਲਿਓ ਬਾਅਦ 'ਚ। ਲਾਰੈਂਸ ਬਿਸ਼ਨੋਈ ਦਾ ਜੋ ਭਰਾ ਹੈ ਉਹ ਦੁਬਈ ਦੇ ਵਿੱਚ ਵੀ ਡਿਟੇਨ ਕੀਤਾ ਹੋਇਆ, ਇੱਕ ਕੀਨੀਆ ਦੇ ਵਿੱਚ ਡਿਟੇਨ ਕੀਤਾ ਹੋਇਆ। ਹਾਲਾਂਕਿ ਡਿਟੇਨ ਹੋ ਜਾਂਦੇ ਨੇ, ਪਰ ਇਹੀ ਲੋਕਾਂ ਦੇ ਮਨਾਂ 'ਚ ਸਵਾਲ ਹੁੰਦੇ ਨੇ ਕਿ ਇਹ ਪ੍ਰੋਸੈਸ ਨੂੰ ਫਿਰ ਲੱਗ ਕਿੰਨਾ ਸਮਾਂ ਜਾਂਦਾ ਹੈ, ਦੁਬਈ ਤੋਂ ਲੈ ਕੇ ਆਉਣ 'ਚ ਕਿੰਨਾ ਪ੍ਰੋਸੈਸ ਦਾ ਸਮਾਂ ਹੈ, ਕੀਨੀਆ ਦੇ ਬਾਰੇ ਜੇ ਅਸੀਂ ਜਾਣਨ ਦੀ ਕੋਸ਼ਿਸ਼ ਕਰੀਏ ਔਰ ਹੁਣ ਅਮਰੀਕਾ ਹੈ ਤਾਂ ਆਪਾਂ ਆਲਮੋਸਟ ਮੰਨ ਕੇ ਚੱਲੀਏ ਮਹੀਨਾ 2 ਮਹੀਨਾ ਦਾ ਪ੍ਰੋਸੈਸ ਆਸਾਨੀ ਦੇ ਨਾਲ ਲੱਗ ਜਾਂਦਾ। ਨਹੀਂ ਇਦੋਂ ਜ਼ਿਆਦਾ ਲੱਗੇਗਾ ਕਿਉਂਕਿ ਉਹਨੂੰ ਅਪੀਲ ਵੀ ਹੋਣੀ ਹੈ। ਦੇਖੋ ਜੇ ਉੱਥੇ ਕਰੇਗਾ ਇੱਕ ਕੋਰਟ ਜਿਹੜਾ ਐਕਸਟ੍ਰੈਡੀਸ਼ਨ ਦਾ ਮੈਜਿਸਟਰੇਟ ਹੈ, ਦੇਖੋ ਐਕਸਟ੍ਰੈਡੀਸ਼ਨ ਦੀ ਜਿਹੜੀ ਕਾਰਵਾਈ ਹੈ ਇਹ ਇੱਕ ਸਿਆਸੀ ਕਾਰਵਾਈ ਹੁੰਦੀ ਹੈ, ਇਕੱਲੀ ਇਹ ਕਾਨੂੰਨੀ ਕਾਰਵਾਈ ਨਹੀਂ ਹੈ, ਤਾਂ ਹੀ ਸਟੇਟ ਡਿਪਾਰਟਮੈਂਟ ਥਰੂ ਜਾਂਦਾ, ਤਾਂ ਹੀ ਵਿਦੇਸ਼ ਮੰਤਰਾਲਿਆ 'ਚ ਜਾਂਦਾ। ਸੋ ਉਹ ਉੱਥੋਂ ਪਹਿਲਾਂ ਕੋਰਟ ਨੂੰ ਕਹਿਣਗੇ, ਕੋਰਟ ਕਹੇਗਾ ਹਾਂ, ਫਿਰ ਵਾਪਸ ਸਟੇਟ ਡਿਪਾਰਟਮੈਂਟ ਕੋਲ ਆਏਗਾ, ਇੱਕ ਵਾਰ ਫਿਰ ਜਿਹੜਾ ਉਹਨਾਂ ਦਾ ਸੈਕਟਰੀ ਆਫ ਸਟੇਟ ਹੈ, ਫੋਰਨ ਮਿਨਿਸਟਰ ਹੈ, ਉਹਦੇ ਦੁਬਾਰਾ ਸਾਈਨ ਕਰਦਾ, ਕਿਉਂਕਿ ਇੱਕ ਬੰਦੇ ਨੂੰ ਦੂਜੇ ਦੇਸ਼ 'ਚ ਦੇਣਾ ਇਹ ਇੱਕ ਸਿਆਸੀ ਕਦਮ ਗਿਣਿਆ ਜਾਂਦਾ ਹੈ, ਇਕੱਲਾ ਕਾਨੂੰਨੀ ਕਦਮ ਨਹੀਂ ਗਿਣਿਆ ਜਾਂਦਾ। ਤਾਂ ਇਸ ਕਰਕੇ ਅਮਰੀਕਾ ਤਾਂ ਹੋ ਜਾਏਗਾ, ਲੇਕਿਨ ਇਹ ਟਾਈਮ ਲੱਗੇਗਾ। ਲੇਕਿਨ ਯੂਏਈ ਵਾਲੇ ਜਿਹੜੇ ਹੈਗੇ ਇਹ ਤਾਂ ਡਿਪੋਰਟ ਕਰ ਦਿੰਦੇ ਆ, ਉੱਥੋਂ ਟਾਈਮ ਨਹੀਂ ਲੱਗਣਾ ਚਾਹੀਦਾ। ਤਾਂ ਉੱਥੇ ਜਦੋਂ ਹੁਣ ਇਹ ਨਜ਼ਰਬੰਦ ਹੋਇਆ ਹੈ ਜਾਂ ਜਿਸ ਤਰੀਕੇ ਨਾਲ ਇਹ ਡਿਟੇਨ ਕੀਤਾ ਹੋਇਆ ਹੈ, ਤਾਂ ਕਿ ਇਸ ਤੋਂ ਇੰਟਰੋਗੇਸ਼ਨ ਜਾਂ ਕੁਝ ਪੁੱਛਗਿੱਛ ਉੱਥੇ ਕੀਤੀ ਜਾ ਸਕਦੀ ਹੈ ਇਸ ਪੁਲਿਸ ਭਾਰਤ ਦੀ ਏਜੰਸੀਆਂ ਦੇ ਵੱਲੋਂ, ਜਾਂ ਅਜੇ ਉਹਨਾਂ ਨੂੰ ਮੌਕਾ ਨਹੀਂ ਮਿਲੇਗਾ? ਉਹ ਇਹਦੇ 'ਚ ਹੋਰ ਪੁੱਛਣ ਵਾਲੀ ਕਿਹੜੀ ਗੱਲ ਹੈ? ਤੇ ਇਹਨਾਂ ਨੂੰ ਮੇਰਾ ਖਿਆਲ ਹੈ ਸਿਰਫ ਧਿਆਨ ਇਸੇ ਤੇ ਐਕਸਟ੍ਰੈਡੀਸ਼ਨ ਤੇ ਦੇਣਾ ਚਾਹੀਦਾ। ਪਹਿਲਾਂ ਤਾਂ ਡਿਪੋਰਟ ਟਰਾਈ ਕਰਨ ਕਿ ਜੇ ਗਲਤ ਤਰੀਕੇ ਨਾਲ ਅੰਦਰ ਆਇਆ ਅਮਰੀਕਾ ਦੇ, ਕਿ ਜੀ ਇਹਨੂੰ ਡਿਪੋਰਟ ਕਰੋ, ਇਹ ਸਾਡਾ ਪੁਰਾਣਾ ਨਾਗਰਿਕ ਹੈ ਹਿੰਦੁਸਤਾਨ ਦਾ, ਸਾਡੇ ਪਾਸਪੋਰਟ ਤੇ ਬਾਹਰ ਗਿਆ, ਤਾਂ ਇਸ ਕਰਕੇ ਇਹਨੂੰ ਸਾਡੇ ਕੋਲ ਵਾਪਸ ਦਿਓ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ। ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਅੱਜ ਕੈਲੀਫੋਰਨੀਆ ਦੇ ਵਿੱਚ ਡਿਟੇਨ ਕਰ ਲਿੱਤਾ ਗਿਆ ਹੈ।
ਗੋਲਡੀ ਬਰਾੜ ਨੇ ਹੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਜੋ ਜ਼ਿੰਮਾ ਹੈ ਉਹ ਕੈਨੇਡਾ ਦੇ ਵਿੱਚ ਬਹਿ ਕੇ ਲਿੱਤਾ ਸੀ, ਜਿਸ ਤੋਂ ਬਾਅਦ ਭਾਰਤੀ ਏਜੰਸੀਆਂ ਹੋਣ ਜਾਂ ਫਿਰ ਪੰਜਾਬ ਪੁਲਿਸ ਹੋਵੇ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਸੀ ਕਿ ਗੋਲਡੀ ਬਰਾੜ ਨੂੰ ਭਾਰਤ ਲੈ ਕੇ ਆਇਆ ਜਾਵੇ। ਤਾਂ ਕੀ ਕੁਝ ਹੁਣ ਇਸ ਪੂਰੇ ਪ੍ਰੋਸੈਸ ਦੇ ਵਿੱਚ ਰਹਿਣ ਵਾਲਾ ਹੈ ਔਰ ਕਿੰਨੀ ਆਸਾਨੀ ਦੇ ਨਾਲ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਤੋਂ ਭਾਰਤ ਲੈ ਕੇ ਆਇਆ ਜਾ ਸਕਦਾ ਹੈ, ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫਾਰਮਰ ਡਿਪਲੋਮੈਟ ਔਰ ਸੁਨਹਿਰਾ ਪੰਜਾਬ ਪਾਰਟੀ ਦੇ ਪ੍ਰਧਾਨ ਕੇਸੀ ਸਿੰਘ ਹੋਣੀ ਜੁੜੇ ਨੇ। ਗੱਲਬਾਤ ਕਰਦੇ ਹਾਂ। ਕੇਸੀ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਿੱਧੂ ਮੂਸੇਵਾਲਾ ਕਤਲ ਹੁੰਦਾ ਹੈ, ਤੁਸੀਂ ਬਹੁਤ ਕਰੀਬੀਓਂ ਇਸ ਸਾਰੀ ਚੀਜ਼ ਨੂੰ ਵੀ ਦੇਖਿਆ ਹੋਊਗਾ, ਪੜ੍ਹਿਆ ਵੀ ਹੋਊਗਾ, ਔਰ ਗੋਲਡੀ ਬਰਾੜ ਦਾ ਨਾਮ ਜੁੜਦਾ ਹੈ। ਗੋਲਡੀ ਬਰਾੜ ਉਹ ਸ਼ਖਸ ਜੋ ਪੰਜਾਬ ਤੋਂ ਸਟੂਡੈਂਟ ਵੀਜ਼ਾ ਦੇ ਉੱਤੇ ਕੈਨੇਡਾ ਜਾਂਦਾ ਹੈ ਔਰ ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਉਹ ਕੈਲੀਫੋਰਨੀਆ ਸ਼ਿਫਟ ਹੋ ਗਿਆ। ਇਹ ਜੋ ਅੱਜ ਡਿਟੇਨ ਕੀਤਾ ਹੈ, ਇਸ ਨੂੰ ਕਿਵੇਂ ਸਮਝਿਆ ਜਾਵੇ? ਇਹ ਅਰੈਸਟ ਹੈ, ਇਹ ਕੀ ਸਿਰਫ ਨਜ਼ਰਬੰਦ ਕੀਤਾ ਗਿਆ ਹੈ, ਔਰ ਕੀ ਕੁਝ ਹੁਣ ਪ੍ਰੋਸੈਸ ਭਾਰਤ ਤੋਂ ਅਮਰੀਕਾ ਤੋਂ ਉਸ ਨੂੰ ਲੈ ਕੇ ਆਉਣ ਦਾ ਲੱਗੂਗਾ? ਐਕਸਟ੍ਰੈਡੀਸ਼ਨ ਟ੍ਰੀਟੀਜ਼ ਕੀ ਕਹਿੰਦੀਆਂ ਨੇ? ਦੇਖੋ, ਹਰੇਕ ਦੇਸ਼ ਨਾਲ ਅਲੱਗ ਐਕਸਟ੍ਰੈਡੀਸ਼ਨ ਟ੍ਰੀਟੀ ਕਰਨੀ ਪੈਂਦੀ ਹੈ ਜੀ। ਮੈਨੂੰ ਨਹੀਂ ਲੱਗਦਾ ਅਮਰੀਕਾ ਇਹਦੇ 'ਚ ਕੋਈ ਦਖਲ ਦੇਗਾ। ਅੱਗੇ ਵੀ ਉਹਨਾਂ ਨੇ ਕਈ ਵਾਰ ਅੱਤਵਾਦ ਨਾਲ ਜੁੜੇ ਹੋਏ ਬੰਦੇ ਵਾਪਸ ਕੀਤੇ ਨੇ, ਪੰਜਾਬ ਨੂੰ ਵੀ ਵਾਪਸ ਕੀਤੇ। ਉਹ ਪੋਲੀਟੀਕਲ ਅਸਾਈਲਮ ਕਹੇ, ਉਹਦਾ ਪੋਲੀਟੀਕਲ ਅਸਾਈਲਮ ਤਾਂ ਬਣਦਾ ਨਹੀਂ। ਗੈਂਗਸਟਰ ਜਿਹੜਾ ਹੈਗਾ ਹੈ ਉਹ ਕੋਈ ਉਹਨੇ ਇਹ ਤਾਂ ਕਿਹਾ ਨਹੀਂ ਮੈਂ ਖਾਲਿਸਤਾਨ ਬਣਾ ਰਿਹਾ ਜਾਂ ਕੋਈ ਖਾਲਿਸਤਾਨ ਮੂਵਮੈਂਟ ਨਹੀਂ ਉਹ ਚੱਲਿਆ। ਸੋ ਉਸ ਦਾ ਇਹ ਐਕਸੈਪਸ਼ਨਸ ਇਹ ਹੁੰਦੀਆਂ ਕਿ ਜੀ ਇਹ ਸਿਆਸੀ ਹੈ ਜੀ, ਇਹਦੇ ਅੱਤਵਾਦ ਨਾਲ ਨਹੀਂ ਜੁੜਿਆ ਹੋਇਆ, ਇਹ ਪੋਲੀਟੀਕਲ ਮੂਵਮੈਂਟ ਨਾਲ ਜੁੜਿਆ ਹੋਇਆ, ਇਸ ਕਰਕੇ ਇਹਨੂੰ ਭੇਜ ਨਹੀਂ ਰਹੇ। ਸੋ ਉਹ ਹੁਣ ਜਿਹੜਾ ਰੂਲ ਅਪਲਾਈ ਕਰੇਗਾ ਉਹ ਅਮਰੀਕਾ ਦਾ ਕਰੇਗਾ। ਇਹ ਜਿਹੜਾ ਫੈਸਲਾ ਹੁੰਦਾ ਹੈ ਉਹ ਜਿਹੜੀ ਸਰਕਾਰ ਹੈ ਇਸ ਵੇਲੇ ਅਮਰੀਕਾ ਦੀ ਸਰਕਾਰ ਹੈ ਜੋ ਬਾਈਡਨ ਦੀ ਜੀ, ਉਹਨਾਂ ਨੇ ਫੈਸਲਾ ਕਰਨਾ ਹੈ, ਸਟੇਟ ਡਿਪਾਰਟਮੈਂਟ ਨੇ। ਇਹ ਕੈਲੀਫੋਰਨੀਆ ਨੇ ਫੈਸਲਾ ਨਹੀਂ ਕਰਨਾ। ਕੈਲੀਫੋਰਨੀਆ ਦਾ ਇਹ ਹੁੰਦਾ ਹੈ ਕਿ ਜਦ ਤੁਸੀਂ ਕੋਈ ਰੈੱਡ ਕਾਰਨਰ ਨੋਟਿਸ ਇਸ਼ੂ ਕੀਤਾ ਹੈ ਜੀ, ਉਹ ਜਿੱਥੇ ਵੀ ਬੰਦਾ ਉਹਨਾਂ ਨੂੰ ਲੱਭ ਗਿਆ ਉਹ ਇੱਕ ਵਾਰ ਉਹਨੂੰ ਜੇਲ੍ਹ 'ਚ ਕਰ ਦੇਣਗੇ, ਫਿਰ ਜੱਜ ਕੋਲ ਜਾਣਗੇ, ਰਾਈਟ, ਫਿਰ ਤੁਹਾਨੂੰ ਉੱਥੇ ਕਾਗਜ਼ ਪੇਸ਼ ਕਰਨੇ ਪੈਣੇ ਆ ਕਿ ਜੀ ਇਹਨੂੰ ਕਿਉਂ ਸਾਨੂੰ ਇੰਡੀਆ ਮੰਗਵਾਉਣਾ। ਉਹ ਕਾਗਜ਼ ਜਿਹੜੇ ਹੈ ਉਹ ਵਾਸ਼ਿੰਗਟਨ ਦੇ ਵਿੱਚੋਂ ਐਮਬੈਸੀ ਦੇ ਰਸਤੇ ਜਾਣਗੇ ਔਰ ਸੀਬੀਆਈ ਇਹਦੀ ਕਾਰਵਾਈ ਕਰਦੀ ਹੈ, ਕਿਉਂਕਿ ਸੀਬੀਆਈ ਜਿੰਨਾ ਬਾਹਰੋਂ ਵਾਪਸ ਲਿਆਉਣਾ ਜਾਂ ਇੰਟਰਪੋਲ ਦੇ ਨਾਲ ਤੈਅ ਕਰਨਾ ਉਹ ਸੀਬੀਆਈ ਦਾ ਕੰਮ ਹੈ, ਪੰਜਾਬ ਪੁਲਿਸ ਦਾ ਨਹੀਂ ਹੈ। ਲੇਕਿਨ ਪੰਜਾਬ ਪੁਲਿਸ ਸਾਰੇ ਆਪਣੇ ਕਾਗਜ਼ਾਤ ਉਹਨਾਂ ਨੂੰ ਦੇਣਗੇ, ਉਹਨਾਂ ਨੂੰ ਦੱਸਣਗੇ ਕਿ ਇਹ ਕਿਵੇਂ ਜੁੜਿਆ ਹੋਇਆ ਇਸ ਕਾਂਡ ਦੇ ਨਾਲ। ਡੋਜ਼ੀਅਰ ਜਿਸ ਨੂੰ ਆਪਾਂ ਕਹੀਏ, ਹਾਂ, ਡੋਜ਼ੀਅਰ ਬਣਾ ਕੇ ਉਹਨਾਂ ਨੂੰ ਦੇਣਗੇ। ਉਹ ਡੋਜ਼ੀਅਰ ਫਿਰ ਅਮਰੀਕਾ ਜਾਊਗਾ। ਫਿਰ ਸਾਡੀ ਐਮਬੈਸੀ ਇਹਨਾਂ ਨੂੰ ਸਟੇਟ ਡਿਪਾਰਟਮੈਂਟ ਨੂੰ ਕਹੇਗੀ, ਸਟੇਟ ਡਿਪਾਰਟਮੈਂਟ ਫਿਰ ਇੱਕ ਜੱਜ ਨੋਮੀਨੇਟ ਕਰ ਦਿੰਦੇ ਆ, ਉਹ ਜੱਜ ਦੇਖੇਗਾ ਕਾਗਜ਼, ਉਹਨੇ ਹੱਥ ਪੈਰ ਤਾਂ ਮਾਰੂਗਾ ਹੀ ਉਹ ਗੋਲਡੀ ਬਰਾੜ ਉੱਥੇ। ਤਾਂ ਇਹਦੇ 'ਚ ਕਈ ਵਾਰ ਹੁੰਦਾ ਕਿ ਥੋੜੀ ਮੋਟੀ ਡਿਲੇ ਹੋ ਜਾਂਦੀ ਹੈ ਕਿਉਂਕਿ ਲੀਗਲ ਪ੍ਰੋਸੈਸ ਹੈ, ਪਰ ਉਹਦੇ 'ਚ ਇਹ ਹੈ ਕਿ ਕੱਲ੍ਹ ਹੀ ਹੁਣ ਉਹਨਾਂ ਨੇ ਹੌਂਕਾ ਲਿਆ, ਉਹਨਾਂ ਦੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਕੱਲ੍ਹ ਹੀ ਕਿਹਾ ਸੀ ਕਿ ਇਹਨਾਂ ਨੇ ਕੁਝ ਕਰੋੜ ਦਾ ਇਨਾਮ ਕਿਉਂ ਨਹੀਂ 2 ਕਰੋੜ ਦਾ ਇਨਾਮ ਕਹਿੰਦੇ ਮੈਂ ਆਪਣੀ ਅੱਛਾ ਕੀਤਾ ਉਹਨੂੰ ਫੜ ਲਿਆ। ਦੇਖੋ, ਇਹ ਜਿੰਨੇ ਗੈਂਗਸਟਰ ਉੱਥੇ ਬੈਠੇ ਹੈ ਮੈਂ ਸਮਝਦਾ ਇਹ ਡਰੱਗਸ ਨਾਲ ਵੀ ਜੁੜੇ ਹੋਏ ਆ। ਉੱਥੋਂ ਬੈਠ ਕੇ ਇਹ ਐਕਸਟੋਰਸ਼ਨ ਤੇ ਡਰੱਗਸ ਇਹ ਪੂਰਾ ਇੱਕ ਰੈਕਟ ਹੈ, ਪੂਰਾ ਦਾ ਪੂਰਾ ਜੀ। ਇਹਨੂੰ ਜਦ ਤਾਈਂ ਤੁਸੀਂ ਕੁਝ ਬੰਦੇ ਉੱਥੋਂ ਵਾਪਸ ਨਹੀਂ ਲਿਆਉਂਦੇ ਇਹਨੇ ਟੁੱਟਣਾ ਨਹੀਂ। ਤਾਂ ਇਸ ਕਰਕੇ ਚੰਗੀ ਗੱਲ ਹੈ ਉਹਨੂੰ ਫੜ ਲਿਆ। ਸਰ, ਜਿਵੇਂ ਇਹ ਚਰਚਾਵਾਂ ਸੀਗੀਆਂ ਕਿ ਗੋਲਡੀ ਬਰਾੜ, ਹਾਲਾਂਕਿ ਇਹ ਨਾਮ ਨਿਕਨੇਮ ਸੀ, ਅਸਲ ਨਾਮ ਉਹਦਾ ਸਤਵਿੰਦਰ ਸਿੰਘ ਸੀਗਾ, ਔਰ ਜਿਵੇਂ ਇਹ ਕੈਨੇਡਾ ਤੋਂ ਵੀ ਅਮਰੀਕਾ ਗਿਆ ਤਾਂ ਨਾਮ ਬਦਲ ਕੇ ਆਪਣੀ ਪੂਰੀ ਆਇਡੈਂਟੀਟੀ ਬਦਲ ਕੇ ਇਹ ਅਮਰੀਕਾ ਦੇ ਵਿੱਚ ਐਂਟਰ ਹੁੰਦਾ ਹੈ। ਤੇ ਜੇ ਇਸ ਤੇ ਹੁਣ ਨਾਮ ਬਦਲਿਆ ਹੋਇਆ ਤਾਂ ਕੀ ਇਹ ਸੌਖਾ ਹੋ ਜਾਊਗਾ, ਔਰ ਜੇ ਨਾਮ ਨਾ ਬਦਲਿਆ ਹੋਇਆ ਤਾਂ ਕੀ ਸੌਖਾ ਹੋਊਗਾ? ਇਹ ਦੋਵੇਂ ਚੀਜ਼ਾਂ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਜੇ ਤਾਂ ਕੋਈ ਵਿਅਕਤੀ ਆਪਣੀ ਆਈਡੀ ਚੇਂਜ ਕਰ ਲੈਂਦਾ ਹੈ ਫਿਰ ਤਾਂ ਉਸ ਨੂੰ ਉੱਥੋਂ ਵੀ ਡਿਪੋਰਟ ਕੀਤਾ ਜਾ ਸਕਦਾ ਹੈ, ਪਰ ਜੇ ਆਈਡੀ ਨਹੀਂ ਚੇਂਜ ਹੋਈ ਹੁੰਦੀ ਤਾਂ ਕੀ ਫਿਰ ਆਸਾਨੀ ਦੇ ਨਾਲ ਉਸ ਨੂੰ ਇੱਥੇ ਭਾਰਤ ਲਿਆਇਆ ਜਾ ਸਕਦਾ ਹੈ? ਨਹੀਂ, ਉਹ ਹੋਰ ਜ਼ੁਰਮ ਬਣ ਜਾਂਦਾ ਹੈ। ਜਿਹਨੂੰ ਆਇਡੈਂਟੀਟੀ ਝੂਠ ਬੋਲ ਕੇ ਨਵਾਂ ਨਾਂ ਰੱਖਿਆ ਹੈ ਜੀ, ਉਹ ਫਿਰ ਅਮਰੀਕਾ ਵੈਸੇ ਹੀ ਡਿਪੋਰਟ ਕਰ ਦੇਗਾ, ਫਿਰ ਤੁਹਾਨੂੰ ਐਕਸਟ੍ਰੈਡੀਸ਼ਨ ਕਰਨ ਦੀ ਨਹੀਂ ਲੋੜ। ਫਿਰ ਉਹ ਕਹਿਣਗੇ ਕਿ ਇਹ ਤਾਂ ਗਲਤ ਨਾਂ ਦੇ ਕੇ ਉਹ ਰੋਜ਼ ਕਰਦੇ ਬੰਦਿਆਂ ਨੂੰ ਡਿਪੋਰਟ, ਜਿਹੜੇ ਜ਼ਾਲੀ ਵੀਜ਼ਾ ਤੇ ਜਾਂ ਝੂਠ ਬੋਲ ਕੇ ਵੀਜ਼ਾ ਲੈ ਕੇ ਆਏ ਹੈ। ਔਰ ਦੇਖੋ, ਜਦ ਮੈਂ ਇਮਰਾਤ ਸੀਗਾ, ਜਿੰਨੇ ਵਿਦੇਸ਼ ਮੰਤਰਾਲੇ ਦੀ ਜੇ ਉਹਨਾਂ ਦੀ ਲਿਸਟ ਦੇਖੋ, ਜਿਹੜੇ ਬੰਦੇ ਐਕਸਟ੍ਰੈਡਾਈਟ ਹੋਏ ਜਾਂ ਬਾਹਰੋਂ ਆਏ ਹੈ, ਪਹਿਲੇ 5 6 9 ਉਹ ਨੇ ਜਿਹੜੇ ਮੈਂ ਭੇਜੇ ਆ ਇਮਰਾਤ ਤੋਂ। ਤੇ ਇਮਰਾਤ ਤੋਂ ਤਾਂ ਅਸੀਂ ਐਕਸਟ੍ਰੈਡੀਸ਼ਨ ਨਹੀਂ ਸੀ ਕਰਦੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਤੈਅ ਕੀਤਾ ਹੋਇਆ ਸੀ, ਉਹ ਡਿਪੋਰਟ ਕਰ ਦਿੰਦੇ ਸੀ, ਵੀਜ਼ਾ ਕੈਂਸਲ, ਡਿਪੋਰਟ ਕਰ ਦਿੰਦੇ। ਸਾਡੀ ਏਜੰਸੀ ਵਾਲੇ ਆਉਂਦੇ ਸੀ ਜਾਂ ਇੱਥੋਂ ਨਾਲ ਕੰਪਨੀ ਕਰਕੇ ਜਹਾਜ਼ ਤੇ ਲਿਆਉਂਦੇ ਸੀ। ਤਾਂ ਇਸ ਕਰਕੇ ਡਿਪੋਰਟ ਕਰਨਾ ਤਾਂ ਕਿਸੇ ਦੇਸ਼ ਦਾ ਹੱਕ ਹੈ। ਜੇ ਇਹਨੇ ਗਲਤੀ ਕਰ ਲਈ, ਆਪਣਾ ਨਾਮ ਬਦਲਿਆ ਔਰ ਗਲਤ ਨਾਂ ਦੇ ਕੇ ਇਹਨੇ ਵੀਜ਼ਾ ਲਿਆ, ਫਿਰ ਤਾਂ ਡਿਪੋਰਟ ਹੋ ਸਕਦਾ ਹੈ, ਉਹ ਆਸਾਨ ਹੈ। ਜੇ ਆਪਣਾ ਉਹ ਕਹਿੰਦੇ ਨਹੀਂ ਜੀ ਮੈਂ ਇਸੇ ਨਾਂ ਤੇ ਹੈ, ਮੈਂ ਨਾਂ ਬਦਲਿਆ ਸੀ, ਇਸੇ ਨਾਂ ਤੇ ਮੈਂ ਵੀਜ਼ਾ ਲਿਆ, ਜਾਂ ਹੋ ਸਕਦਾ ਵੀਜ਼ਾ ਤੇ ਨਾ ਹੋਵੇ, ਉਹ ਕੈਨੇਡੀਅਨ ਪਾਸਪੋਰਟ ਤੇ ਉੱਥੇ ਵੀਜ਼ਾ ਲੈ ਕੇ ਆਇਆ ਹੋਵੇ ਲੇਕਿਨ ਉਹਦੇ ਕੋਲ ਕੋਈ ਗ੍ਰੀਨ ਕਾਰਡ ਜਾਂ ਅਮਰੀਕਾ ਦਾ ਦਸਤਾਵੇਜ਼ ਜਾਂ ਪਾਸਪੋਰਟ ਨਹੀਂ ਹੈ,
ਫਿਰ ਉਹਦੇ 'ਚ ਵੀ ਇਹ ਕਿਉਂਕਿ ਚਰਚਾਵਾਂ ਇਹ ਵੀ ਨੇ ਕਿ ਸ਼ਾਇਦ ਉਸਦੇ ਕੋਲ ਕੈਨੇਡੀਅਨ ਪੀਆਰ ਸੀ ਔਰ ਉਹ ਬਾਰਡਰ ਦੇ ਰਾਹੀਂ ਅਮਰੀਕਾ ਐਂਟਰ ਹੁੰਦਾ ਹੈ, ਔਰ ਜੇ ਕੈਨੇਡੀਅਨ ਪੀਆਰ ਇਸਦੇ ਕੋਲ ਹੈ ਤਾਂ ਵੀ ਕੀ ਪ੍ਰੋਸੈਸ ਦੇ ਵਿੱਚ ਕੋਈ ਆਪਾਂ ਕਹਿ ਸਕਦੇ ਹਾਂ ਕਿ ਦਿੱਕਤ ਆ ਸਕਦੀ ਹੈ? ਦੇਖੋ, ਉਹ ਕਈ ਦੇਸ਼ਾਂ ਦਾ ਆਪਸ 'ਚ ਹੁੰਦਾ ਹੈ ਕਿ ਜੇ ਉੱਥੋਂ ਦਾ ਉਹ ਸਿਟੀਜ਼ਨ ਨਹੀਂ ਹੈ, ਉੱਥੋਂ ਦਾ ਪਾਸਪੋਰਟ ਨਹੀਂ ਹੈ, ਪੀਆਰ ਨਾਲ ਨਹੀਂ ਫਰਕ ਪੈਂਦਾ ਪਾਸਪੋਰਟ ਕਿੱਥੋਂ ਦਾ ਉਹਦੇ ਕੋਲ। ਜੇ ਕਈ ਵਾਰ ਹੁੰਦਾ ਹੈ ਕਿ ਇੱਕ ਦੂਜੇ ਦੇਸ਼ ਦਾ ਬੰਦਾ ਤੀਜੇ ਦੇਸ਼ 'ਚ ਫੜਿਆ ਜਾਵੇ, ਅਸੀਂ ਕਹੀਏ ਸਾਨੂੰ ਵਾਪਸ ਦਿਓ, ਤਾਂ ਉਹ ਕਹਿੰਦੇ ਨਹੀਂ ਮੈਂ ਤਾਂ ਆਪਣੇ ਦੇਸ਼ ਵਾਪਸ ਜਾਣਾ ਹੈ। ਉਹ ਗਲਫ 'ਚ ਕਈ ਵਾਰ ਕਰਦੇ ਨੇ। ਦਾਊਦ ਇਬਰਾਹਿਮ ਦੇ ਬੰਦੇ ਕਈ ਵਾਰ, ਇੱਕ ਵਾਰ ਫੜਿਆ ਗਿਆ ਸੀ ਉਹਦਾ ਭਰਾ ਇਮਰਾਤ 'ਚ ਮੇਰੇ ਤੋਂ ਪਹਿਲਾਂ, ਉਹਨਾਂ ਨੇ ਫਿਰ ਬਹਿਰੀਨ 'ਚ ਕੇਸ ਕਰਤਾ, ਕਿਹਾ ਨਹੀਂ ਜੀ ਬਹਿਰੀਨ ਵਾਲਿਆਂ ਨੂੰ ਪਹਿਲਾਂ ਦਿਓ, ਉਹ ਉੱਥੋਂ ਕਰਕੇ ਭੱਜ ਗਿਆ ਫਿਰ। ਸੋ ਮੇਰਾ ਨਹੀਂ ਖਿਆਲ ਕੈਨੇਡਾ ਇਹਦੇ 'ਚ ਪਊਗਾ ਵੀ। ਜੇ ਉਹਦੇ ਕੋਲ ਪਾਸਪੋਰਟ ਨਹੀਂ ਕੈਨੇਡਾ ਤਾਂ ਫਿਰ ਨਹੀਂ, ਇਕੱਲੇ ਪੀਆਰ ਤੇ ਕੈਨੇਡਾ ਨਹੀਂ ਮੰਗ ਸਕਦਾ, ਔਰ ਕੈਨੇਡਾ ਕਿਸ ਲਈ ਕਹੇਗਾ ਸਾਨੂੰ ਵਾਪਸ ਦਿਓ? ਕੈਨੇਡਾ ਨੂੰ ਤਾਂ ਪਹਿਲਾਂ ਹੀ ਕਿਹਾ ਇਸ ਬੰਦੇ ਨੂੰ ਲੱਭੋ ਜੀ। ਜੇ ਉੱਥੇ ਇਹਦੀ ਮਦਦ ਕਰਨਾ ਚਾਹੁੰਦੇ ਆ ਕੋਈ ਐਸੀਆਂ ਸ਼ਕਤੀਆਂ ਹੈਗੀਆਂ, ਕੈਨੇਡੀਅਨ ਸਰਕਾਰ ਤੇ ਜ਼ੋਰ ਪਾ ਕੇ ਕਹਿਣ ਕਿ ਨਹੀਂ ਜੀ ਇਹ ਸਾਡਾ ਸਿਟੀਜ਼ਨ ਹੈ, ਸਾਡੇ ਕੋਲ ਪਹਿਲਾਂ ਵਾਪਸ ਦਿਓ, ਅਸੀਂ ਇਹਨੂੰ ਇੱਥੇ ਇਹਦੇ ਤੇ ਕੇਸ ਚਲਾਵਾਂਗੇ। ਚਰਚਾ ਇਹ ਵੀ ਹੈ ਕਿ ਗੋਲਡੀ ਬਰਾਡ ਨੇ 2 ਵਕੀਲ ਵੀ ਹਾਇਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਜੋ ਲੋਕਾਂ ਦੀ ਰਿਜ਼ੈਂਟਮੈਂਟ ਸੀਗੀ ਜਿਸ ਦੇ ਕਰਕੇ ਗੋਲਡੀ ਬਰਾਡ ਨੂੰ ਕੈਨੇਡਾ ਤੋਂ ਅਮਰੀਕਾ ਜਾਣਾ ਪਿਆ, ਉਸੇ ਦੇ ਚੱਕਰ ਦੇ ਵਿੱਚ ਵਕੀਲਾਂ ਨੇ ਵੀ ਮਨਾ ਕੀਤਾ ਕਿ ਅਸੀਂ ਤੁਹਾਡਾ ਕੇਸ ਨਹੀਂ ਲੜ ਸਕਦੇ। ਸ਼ਾਇਦ ਇਹ ਵੀ ਚਰਚਾ ਸੀ ਕਿ ਉਸਨੇ ਅਸਾਈਲਮ ਵੀ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਹਾਂ, ਉਹ ਅਸਾਈਲਮ ਦਾ ਉਹਨਾਂ ਨੇ ਕਿਹਾ ਹੋਣਾ ਨਹੀਂ ਬਣਦਾ ਅਸਾਈਲਮ, ਕਿਉਂਕਿ ਜਦ ਕ੍ਰਾਈਮ ਤੁਹਾਡੇ ਤੇ ਇੱਥੇ ਜ਼ੁਰਮ ਲੱਗ ਗਿਆ ਹੈਗਾ ਔਰ ਤੁਸੀਂ ਮਾਸਟਰਮਾਈਂਡ ਹੈਗੇ ਹੋ ਇੱਕ ਐਸੇ ਖੂਨ ਦੇ ਜਿਹੜਾ ਕਿ ਬਹੁਤ ਹਾਈ ਪ੍ਰੋਫਾਈਲ ਖੂਨ ਕੀਤਾ ਗਿਆ, ਤਾਂ ਉਹਦੇ 'ਚ ਕੈਨੇਡਾ ਨਹੀਂ ਪਏਗਾ, ਕੈਨੇਡਾ ਦੀ ਸਰਕਾਰ ਨਹੀਂ ਪਏਗੀ। ਅਸਾਈਲਮ ਕਿਸ ਗੱਲ ਦਾ? ਅਸਾਈਲਮ ਤਾਂ ਪੋਲੀਟੀਕਲ ਜਾਂ ਸਿਆਸੀ ਕਾਰਨ ਹੁੰਦੇ ਆ। ਤਾਂ ਮੇਰਾ ਨਹੀਂ ਖਿਆਲ ਇਹ ਗੱਲਾਂ ਹੀ ਨੇ, ਸਾਨੂੰ ਸੱਚਾਈ ਪਤਾ ਲੱਗ ਲੈਣ ਦੋ ਕੀ ਹੈ, ਉਹਦਾ ਡਾਕੂਮੈਂਟ ਕੀ ਹੈ, ਔਰ ਅਮਰੀਕਨ ਸਰਕਾਰ ਇਹਦੇ 'ਚ ਮਦਦ ਕਰੇਗੀ। ਅਮਰੀਕਨ ਸਰਕਾਰ ਮਦਦ ਕਰੇਗੀ। ਔਰ ਜਿਸ ਤਰੀਕੇ ਨਾਲ ਐਨਆਈਏ ਦੇ ਵੱਲੋਂ ਕੱਲ ਹੀ ਇਹ ਖਬਰ ਜੋ ਸੋਰਸਿਸ ਤੋਂ ਮਿਲੀ ਸੀ ਕਿ ਐਨਆਈਏ ਨੇ ਕੁਝ ਏ ਕੈਟਾਗਰੀਜ਼ ਦੇ ਜੋ ਗੈਂਗਸਟਰਸ ਸੀ ਉਹਨਾਂ ਨੂੰ ਕਿਹਾ ਕਿ ਉਸ ਦਾ ਨਾਮ ਜੋ ਹੈ ਉਹ ਖਾਸ ਤੌਰ ਦੇ ਉੱਤੇ ਟੈਰਰਿਸਟ ਵਾਲੀ ਸੂਚੀ ਦੇ ਵਿੱਚ ਪਾਇਆ ਜਾਵੇ, ਯੂਆਪਾ ਲਗਾਇਆ ਜਾਵੇ, ਜਿਸ ਦੇ ਵਿੱਚ ਗੋਲਡੀ ਬਰਾਡ ਦਾ ਨਾਮ ਵੀ ਸੀ। ਔਰ ਜੇ ਗੋਲਡੀ ਬਰਾਡ ਦੇ ਨਾਮ ਦੇ ਨਾਲ ਟੈਰਰਿਸਟ ਲੱਗ ਜਾਂਦਾ, ਉਸ ਸੂਚੀ ਦੇ ਵਿੱਚ ਪਾ ਦਿੱਤਾ ਜਾਂਦਾ, ਤਾਂ ਕੀ ਉੱਥੋਂ ਲਿਆਉਣਾ ਫਿਰ ਸੌਖਾ ਰਹੇਗਾ? ਮੇਰਾ ਨਹੀਂ ਖਿਆਲ ਨਹੀਂ ਸੀ। ਉਹ ਟੈਰਰਿਜ਼ਮ 'ਚ ਫਿਰ ਉਹ ਪੋਲੀਟੀਕਲ ਉਹਦੇ ਨਾਲ ਹੋ ਜਾਂਦਾ ਹੈ। ਉਹ ਫਿਰ ਕਹਿਣਗੇ ਨਹੀਂ ਅਸੀਂ ਇਹਨੂੰ ਇੱਥੇ ਡਿਟੇਨ ਕਰਨਾ, ਜੇ ਟੈਰਰਿਸਟ ਪਤਾ ਕਰੀਏ ਸਾਡੇ ਇੱਥੇ ਤਾਂ ਟੈਰਰਿਜ਼ਮ ਨਹੀਂ ਸੀ ਕਰ ਰਿਹਾ, ਇਹਨੂੰ ਜੇ ਤੁਸੀਂ ਕਤਲ ਨਾਲ ਹੀ ਜੋੜ ਕੇ ਤੇ ਗੈਂਗਸਟਰ ਤੇ ਡਰੱਗ ਨਾਲ ਜੋੜ ਕੇ ਇਹਦੇ ਤੇ ਕਾਰਵਾਈ ਕੀਤੀ ਜਾਵੇ, ਉਸ ਤੇ ਤੁਸੀਂ ਐਕਸਟ੍ਰਾਈਟ ਕਰ ਲਓ। ਫਿਰ ਜਿਹੜਾ ਵੀ ਕਾਨੂੰਨ ਲਾਉਣਾ ਹੈ ਇੱਥੇ ਆ ਕੇ ਲਾ ਲਿਓ ਬਾਅਦ 'ਚ। ਉੱਥੇ ਫਿਰ ਜੇ ਤੁਸੀਂ ਇਸ ਵੇਲੇ ਕਹੋਗੇ ਨਹੀਂ ਜੀ ਇਹਨੇ ਟੈਰਰਿਜ਼ਮ ਕੀਤਾ ਹੈ, ਫਿਰ ਉਹ ਕਾਰਵਾਈ ਸ਼ੁਰੂ ਕਰਨਗੇ ਕਿ ਇੱਥੇ ਇਹਦੀਆਂ ਕਿੱਥੇ ਜੜ੍ਹਾਂ ਕੀ ਨੇ, ਕਿਹਨੂੰ ਮਿਲਿਆ ਕਿਹਨੂੰ ਨਹੀਂ ਮਿਲਿਆ। ਮੇਰਾ ਨਹੀਂ ਖਿਆਲ ਉਹਦੇ 'ਚ ਫਾਇਦਾ ਹੋਏਗਾ। ਇਹਨੂੰ ਸਿਰਫ ਐਜ਼ ਗੈਂਗਸਟਰ, ਐਜ਼ ਮਾਸਟਰਮਾਈਂਡ, ਇਹਦਾ ਜਿਹੜਾ ਖੂਨ ਹੋਇਆ ਸਿੱਧੂ ਮੂਸੇਵਾਲੇ ਦਾ, ਉਹਦਾ ਮਾਸਟਰਮਾਈਂਡ ਕਹਿ ਕੇ ਉਹਦੇ 'ਚ ਐਕਸਟ੍ਰਾਡਾਈਟ ਕਰਨ। ਔਰ ਸਰ, ਜਿਵੇਂ ਤੁਸੀਂ ਯੂਏਈ ਕਾਫੀ ਦੇਰ ਉੱਥੇ ਸਰਵਿਸਿਜ਼ ਆਪਣੀਆਂ ਪ੍ਰੋਵਾਈਡ ਕੀਤੀਆਂ, ਇੱਕ ਹੀ ਨਾਲ ਦਾ ਇਹਨਾਂ ਦਾ ਜੋ ਇੱਕ ਗੈਂਗਸਟਰ ਹੈ ਲਾਰੈਂਸ ਬਿਸ਼ਨੋਈ ਦਾ ਜੋ ਭਰਾ ਹੈ, ਉਹ ਦੁਬਈ ਦੇ ਵਿੱਚ ਵੀ ਡਿਟੇਨ ਕੀਤਾ ਹੋਇਆ, ਇੱਕ ਕੀਨੀਆ ਦੇ ਵਿੱਚ ਡਿਟੇਨ ਕੀਤਾ ਹੋਇਆ। ਹਾਲਾਂਕਿ ਡਿਟੇਨ ਹੋ ਜਾਂਦੇ ਨੇ, ਪਰ ਇਹੀ ਲੋਕਾਂ ਦੇ ਮਨਾਂ 'ਚ ਸਵਾਲ ਹੁੰਦੇ ਨੇ ਕਿ ਇਹ ਪ੍ਰੋਸੈਸ ਨੂੰ ਫਿਰ ਲੱਗ ਕਿੰਨਾ ਸਮਾਂ ਜਾਂਦਾ ਹੈ? ਦੁਬਈ ਤੋਂ ਲੈ ਕੇ ਆਉਣ 'ਚ ਕਿੰਨਾ ਪ੍ਰੋਸੈਸ ਦਾ ਸਮਾਂ ਹੈ? ਕੀਨੀਆ ਦੇ ਬਾਰੇ ਜੇ ਅਸੀਂ ਜਾਣਨ ਦੀ ਕੋਸ਼ਿਸ਼ ਕਰੀਏ, ਔਰ ਹੁਣ ਅਮਰੀਕਾ ਹੈ, ਤਾਂ ਆਪਾਂ ਆਲਮੋਸਟ ਮੰਨ ਕੇ ਚੱਲੀਏ ਮਹੀਨਾ 2 ਮਹੀਨਾ ਦਾ ਪ੍ਰੋਸੈਸ ਆਸਾਨੀ ਦੇ ਨਾਲ ਲੱਗ ਜਾਂਦਾ ਹੈ। ਨਹੀਂ, ਇਹ ਤੋਂ ਜ਼ਿਆਦਾ ਲੱਗੇਗਾ, ਕਿਉਂਕਿ ਉਹਨੂੰ ਅਪੀਲ ਵੀ ਹੋਣੀ ਹੈ। ਦੇਖੋ, ਜੇ ਉੱਥੇ ਕਰੇਗਾ ਇੱਕ ਕੋਰਟ ਜਿਹੜਾ ਐਕਸਟ੍ਰੈਡੀਸ਼ਨ ਦਾ ਮੈਜਿਸਟਰੇਟ ਹੈ, ਦੇਖੋ ਐਕਸਟ੍ਰੈਡੀਸ਼ਨ ਦੀ ਜਿਹੜੀ ਕਾਰਵਾਈ ਹੈ ਇਹ ਇੱਕ ਸਿਆਸੀ ਕਾਰਵਾਈ ਹੁੰਦੀ ਹੈ, ਇਕੱਲੀ ਇਹ ਕਾਨੂੰਨੀ ਕਾਰਵਾਈ ਨਹੀਂ ਹੈ। ਤਾਂ ਹੀ ਸਟੇਟ ਡਿਪਾਰਟਮੈਂਟ ਥਰੂ ਜਾਂਦਾ, ਤਾਂ ਹੀ ਵਿਦੇਸ਼ ਮੰਤਰਾਲਿਆ 'ਚ ਜਾਂਦਾ। ਸੋ ਉਹ ਉੱਥੋਂ ਪਹਿਲਾਂ ਕੋਰਟ ਨੂੰ ਕਹਿਣਗੇ, ਕੋਰਟ ਕਹੇਗਾ ਹਾਂ, ਫਿਰ ਵਾਪਸ ਸਟੇਟ ਡਿਪਾਰਟਮੈਂਟ ਕੋਲ ਆਏਗਾ। ਇੱਕ ਵਾਰ ਫਿਰ ਜਿਹੜਾ ਉਹਨਾਂ ਦਾ ਸੈਕਟਰੀ ਆਫ ਸਟੇਟ ਹੈ, ਫੋਰਨ ਮਿਨਿਸਟਰ ਹੈ, ਉਹਦੇ ਦੁਬਾਰਾ ਸਾਈਨ ਕਰਦਾ, ਕਿਉਂਕਿ ਇੱਕ ਬੰਦੇ ਨੂੰ ਦੂਜੇ ਦੇਸ਼ 'ਚ ਦੇਣਾ ਇਹ ਇੱਕ ਸਿਆਸੀ ਕਦਮ ਗਿਣਿਆ ਜਾਂਦਾ ਹੈ, ਇਕੱਲਾ ਕਾਨੂੰਨੀ ਕਦਮ ਨਹੀਂ ਗਿਣਿਆ ਜਾਂਦਾ। ਤਾਂ ਇਸ ਕਰਕੇ ਅਮਰੀਕਾ ਤਾਂ ਉਹ ਹੋ ਜਾਏਗਾ, ਲੇਕਿਨ ਇਹ ਟਾਈਮ ਲੱਗੇਗਾ। ਲੇਕਿਨ ਯੂਏਈ ਵਾਲੇ ਜਿਹੜੇ ਹੈਗੇ ਇਹ ਤਾਂ ਡਿਪੋਰਟ ਕਰ ਦਿੰਦੇ ਆ, ਉੱਥੋਂ ਟਾਈਮ ਨਹੀਂ ਲੱਗਣਾ ਚਾਹੀਦਾ। ਔਰ ਜਿਸ ਤਰੀਕੇ ਨਾਲ ਇਹ ਵੀ ਦੇਖਿਆ ਜਾ ਰਿਹਾ ਕਿ ਅਮਰੀਕਾ ਇਹਨਾਂ ਚੀਜ਼ਾਂ ਦੇ ਵਿੱਚ, ਕਿਉਂਕਿ ਹਿਊਮਨ ਰਾਈਟਸ ਦੀ ਗੱਲ ਉੱਥੇ ਜ਼ਿਆਦਾ ਦੇਖੀ ਜਾਂਦੀ ਹੈ, ਕੋਈ ਵੀ ਜੇਕਰ ਕੋਈ ਵੀ ਅਪਰਾਧ ਹੁੰਦਾ ਤਾਂ ਪਹਿਲਾਂ ਸਭ ਤੋਂ ਪਹਿਲਾਂ ਉਹਨੂੰ ਵਕੀਲ ਦਿੱਤਾ ਜਾਂਦਾ ਹੈ। ਤਾਂ ਜੇ ਇਹੋ ਜਿਹੀ ਹੁੰਦੀ ਹੈ ਤਾਂ ਕੀ ਕੋਈ ਕਾਨੂੰਨੀ ਮਦਦ ਵੀ ਗੋਲਡੀ ਬਰਾਡ ਉੱਥੋਂ ਲੈ ਸਕਦਾ ਹੈ ਔਰ ਇਸ ਪੂਰੇ ਮਾਮਲੇ ਤੋਂ ਬਚ ਸਕਦਾ ਹੈ? ਨਹੀਂ, ਦੇਖੋ ਉਹਨੂੰ ਵਕੀਲ ਤਾਂ ਕੋਈ ਨਾ ਕੋਈ ਉਹਨੂੰ ਵਕੀਲ ਹੋਊਗਾ ਹੀ, ਔਰ ਕੋਈ ਵੀ ਜੱਜ ਜਿਹੜਾ ਉੱਥੇ ਉਹ ਚਾਹੀਦਾ ਵੀ ਹੈ। ਜੇ ਅਸੀਂ ਉਹਨੂੰ ਐਕਸਟ੍ਰੈਡਾਈਟ ਕਰ ਰਹੇ ਹਾਂ, ਜੇ ਉਹ ਡਿਪੋਰਟ ਨਹੀਂ ਕਰ ਰਹੇ, ਜੇ ਡਿਪੋਰਟ ਕਰ ਰਹੇ ਆ ਉਹਨੇ, ਜੇ ਵੀਜ਼ਾ ਗਲਤ ਲਿਆ ਫਿਰ ਡਿਪੋਰਟ ਹੋ ਸਕਦਾ, ਉਹ ਸੌਖਾ ਹੈ, ਫਿਰ ਤਾਂ ਆਸਾਨੀ ਨਾਲ ਹੈ, ਫਿਰ ਆਸਾਨੀ ਨਾਲ ਹੈ। ਲੇਕਿਨ ਜੇ ਉਹ ਵੀਜ਼ਾ ਲੈ ਕੇ ਠੀਕ ਢੰਗ ਨਾਲ ਅਮਰੀਕਾ 'ਚ ਗਿਆ, ਫਿਰ ਉੱਥੋਂ ਦਾ ਕੋਈ ਨਾ ਕੋਈ ਵਕੀਲ ਤਾਂ ਉਹਦੇ ਕੋਰਟ ਵੀ, ਜੇ ਉਹ ਨਹੀਂ ਹੋਏਗਾ ਤਾਂ ਕੋਰਟ ਕਰੇਗੀ ਨੋਮੀਨੇਟ ਵਕੀਲ। ਤੁਸੀਂ ਕੇਸ ਕਿਵੇਂ ਚਲਾ ਸਕਦੇ ਹੋ ਜੇ ਉਹਦਾ ਵਕੀਲ ਹੀ ਨਾ ਹੋਵੇ? ਜਾਂ ਤਾਂ ਉਹ ਖੁਦ ਕਹੇ ਮੈਂ ਆਪਣੀ ਵਕਾਲਤ ਖੁਦ ਕਰਨੀ ਹੈ,
ਜਾਂ ਫਿਰ ਉਹ ਜੇ ਕਹੇਗਾ ਮੇਰੇ ਕੋਲ ਪੈਸੇ ਨਹੀਂ ਹੈ ਜਾਂ ਕੋਈ ਵਕੀਲ ਨਹੀਂ ਖੜਾਉਂਦਾ ਫਿਰ ਕੋਰਟ ਕਰ ਦਿੰਦੀ ਹੈ, ਇੱਕ ਵਕੀਲ ਨੂੰ ਕਹੇਗੀ ਭਾਈ ਤੂੰ ਇਹਦਾ ਵਕੀਲ ਹੈ। ਔਰ ਸਰ ਤੁਹਾਡੀ ਸਰਵਿਸਿਜ਼ ਦੇ ਦੌਰਾਨ ਕੋਈ ਇਹੋ ਜਿਹਾ ਸੀਨ ਹੋਇਆ ਹੋਵੇ, ਕੋਈ ਇਹੋ ਜਿਹਾ ਕੇਸ ਹੋਇਆ ਹੋਵੇ ਬੜਾ ਨਾਮਵਰ ਰਿਹਾ ਹੋਵੇ ਕਿ ਉਸਨੂੰ ਐਵੇਂ ਭਾਰਤ ਲੈ ਕੇ ਆਉਣਾ ਹੋਇਆ ਹੋਵੇ ਔਰ ਉਹ ਕਿਵੇਂ ਪ੍ਰੋਸੈਸ ਸਾਰਾ ਹੋਇਆ? ਮੈਂ ਤਾਂ ਤੁਹਾਨੂੰ ਦੱਸਿਆ ਨਾ, ਇਮਰਾਤ ਤੋਂ 4 5 6 ਬੰਦੇ ਮੈਂ ਭੇਜੇ, ਦਾਊਦ ਇਬਰਾਹਿਮ ਦਾ ਭਰਾ ਭੇਜਿਆ। ਫਿਰ ਕਲਕੱਤਾ ਜਿਹੜਾ ਕਾਂਡ ਹੋਇਆ ਸੀ, US ਕੌਂਸਲੇਟ, ਅਮਰੀਕਾ ਦੀ ਕੌਂਸਲੇਟ ਤੇ ਬੰਬ ਸਿੱਟਿਆ ਸੀ ਬੰਦੇ ਨੇ, ਉਹ ਉੱਥੇ ਸੀਗਾ ਆਫਤਾਬ, ਉਹਨੂੰ ਭੇਜਿਆ। ਉਹ ਤਾਂ ਇੱਥੋਂ CBI ਸਪੈਸ਼ਲ ਜਹਾਜ਼ ਲੈ ਕੇ ਗਏ, ਉਹਨੂੰ ਵਾਪਸ ਲੈ ਕੇ ਆਏ। ਸੋ ਉਦੋਂ 5 6 ਬੰਦੇ ਅਸੀਂ ਵਾਪਸ ਕੀਤੇ ਆ ਉਸ ਵੇਲੇ। ਉਹਦੇ ਬਾਅਦ ਇਮਰਾਤ ਦੇ ਨਾਲ ਤਾਂ ਫਿਰ ਰਸਤਾ ਖੁੱਲ ਗਿਆ। ਤਾਂ ਇਸ ਕਰਕੇ ਜਿਹੜਾ ਇਮਰਾਤ ਦੇ ਵਿੱਚ ਹੈ, UAE ਦੇ ਵਿੱਚ ਹੈ, ਉਹ ਤਾਂ ਆ ਜਾਣਾ ਚਾਹੀਦਾ, ਉਹਨੂੰ ਟਾਈਮ ਨਹੀਂ ਲੱਗਣਾ ਚਾਹੀਦਾ। ਉਦੋਂ ਮੁਸ਼ਕਿਲ ਕੀ ਆਉਂਦੀ ਸੀ ਕਿ ਦਾਊਦ ਇਬਰਾਹਿਮ ਨਾਲ ਜਿਹੜੇ ਜੁੜੇ ਹੋਏ ਸੀ ਉਹ ਪਾਕਿਸਤਾਨੀ ਪਾਸਪੋਰਟ ਲੈ ਲੈਂਦੇ ਸੀ। ਪਾਕਿਸਤਾਨ ਉਹਨਾਂ ਨੂੰ ਫਟਾਫਟ ਪਾਸਪੋਰਟ ਦੇ ਦਿੰਦਾ ਸੀ ਤੇ ਉਹ ਫਿਰ ਮੁੱਦਾ ਬਣ ਜਾਂਦਾ ਸੀ ਹਿੰਦੁਸਤਾਨ ਪਾਕਿਸਤਾਨ ਦਾ। ਉਹਦੇ 'ਚ ਇਮਰਾਤ ਕਹਿੰਦੀ ਸੀ ਭਾਈ ਇਹਦੇ 'ਚ ਨਾ ਅਸੀਂ ਪਈਏ, ਇਹ ਦੋ ਦੇਸ਼ਾਂ ਤੁਹਾਡਾ ਝਗੜਾ ਹੈ, ਤੁਸੀਂ ਆਪੇ ਸੁਲਝੋ, ਸਾਨੂੰ ਕਿਉਂ ਇਹਦੇ 'ਚ ਲਪੇਟਦੇ ਹੋ। ਲੇਕਿਨ ਉਹਦੇ ਤੋਂ ਇਮਰਾਤ ਅੱਗੇ ਨਿਕਲ ਚੁੱਕਿਆ। ਉਦੋਂ ਦਾ 2001 ਦੇ ਜੋ ਭਰਾ ਸੀ ਉਹਨਾਂ ਨੂੰ ਤੁਸੀਂ ਡਿਪੋਰਟ ਕੀਤਾ ਸੀਗਾ, ਉਹਨਾਂ ਨੂੰ ਇੱਥੇ ਤੁਸੀਂ ਲੈ ਕੇ ਆਉਣ ਦੇ ਲਈ ਸਾਈਨ ਤੁਸੀਂ ਆਪ ਕੀਤੇ ਸੀਗੇ? ਨਹੀਂ, ਉਹਨਾਂ ਦੇ ਨਾਲ ਅਸੀਂ ਤਾਂ ਸਰਕਾਰ ਦੇ ਨਾਲ ਗੱਲ ਕਰਦੇ ਹਾਂ ਨਾ, ਬਾਕੀ ਤਾਂ ਇੱਥੋਂ ਫਿਰ CBI ਦੇ ਬੰਦੇ ਜਾਂਦੇ ਆ, ਫੜ ਕੇ ਲਿਆਉਂਦੇ ਜਹਾਜ਼ ਤੇ ਬਿਠਾ ਕੇ ਲਿਆਉਂਦੇ। ਲੇਕਿਨ ਇੱਕੋ ਜਿਹੜਾ ਆਫਤਾਬ ਅੰਸਾਰੀ ਜਿਹਨੇ ਉੱਥੇ ਕੀਤਾ ਸੀਗਾ ਕਲਕੱਤਾ ਦੇ ਵਿੱਚ, ਉਹਦੇ ਲਈ ਤਾਂ CBI ਵਾਲੇ ਨੀਰਜ ਕੁਮਾਰ ਮਿੱਤਰ ਸੀ, ਉਦੋਂ CBI ਸੀ, ਫਿਰ ਕਮਿਸ਼ਨਰ ਦਿੱਲੀ ਪੁਲਿਸ ਰਹੇ ਨੇ, ਉਹਨਾਂ ਨੇ ਕਿਤਾਬ ਤੇ ਵੀ ਲਿਖਿਆ ਆਪਣਾ ਇਹ। ਉਹ ਜਹਾਜ਼ ਤੇ ਆਏ, ਜਹਾਜ਼ ਤੇ ਵਾਪਸ ਲੈ ਕੇ ਗਏ ਕਿਉਂਕਿ ਬਹੁਤ ਹਾਈ ਪ੍ਰੋਫਾਈਲ ਸੀ ਜੀ। ਔਰ ਸਰ ਇਹ ਜਿਹੜੀਆਂ ਆਪਣੀਆਂ ਕੇਂਦਰ ਦੀਆਂ ਏਜੰਸੀਆਂ ਹੁੰਦੀਆਂ ਨੇ, ਖੂਫੀਆ ਏਜੰਸੀਆਂ ਹੁੰਦੀਆਂ ਨੇ, ਸੈਂਟਰ ਦੀਆਂ ਏਜੰਸੀਆਂ ਹੁੰਦੀਆਂ ਨੇ, ਤਾਂ ਜਿਵੇਂ ਦੱਸਿਆ ਜਾ ਰਿਹਾ ਸੀ ਕਿ ਲਗਾਤਾਰ ਚੈੱਕ ਸੀਗਾ ਇਸ ਦੇ ਉੱਤੇ, ਗੋਲਡੀ ਬਰਾੜ ਦੇ ਉੱਤੇ, ਲੋਕੇਸ਼ਨ ਦੇ ਉੱਤੇ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਪੰਜਾਬ ਤੋਂ ਵੀ ਪੰਜਾਬ ਪੁਲਿਸ ਦੀ ਇੱਕ ਟੀਮ ਉੱਥੇ ਪਹੁੰਚ ਚੁੱਕੀ ਸੀਗੀ। ਤਾਂ ਉੱਥੇ ਜਦੋਂ ਹੁਣ ਇਹ ਨਜ਼ਰਬੰਦ ਹੋਇਆ ਹੋਇਆ ਹੈ ਜਾਂ ਜਿਸ ਤਰੀਕੇ ਨਾਲ ਇਹ ਡਿਟੇਨ ਕੀਤਾ ਹੋਇਆ ਹੈ, ਤਾਂ ਕਿ ਇਸ ਤੋਂ ਇੰਟਰੋਗੇਸ਼ਨ ਜਾਂ ਕੁਝ ਪੁੱਛਗਿੱਛ ਉੱਥੇ ਕੀਤੀ ਜਾ ਸਕਦੀ ਹੈ ਇਸ ਪੁਲਿਸ ਭਾਰਤ ਦੀ ਏਜੰਸੀਆਂ ਦੇ ਵੱਲੋਂ, ਜਾਂ ਅਜੇ ਉਹਨਾਂ ਨੂੰ ਮੌਕਾ ਨਹੀਂ ਮਿਲੇਗਾ? ਦੇਖੋ, ਉਹ ਤਾਂ ਉੱਥੋਂ ਦੀ ਕੋਰਟ ਤੈਅ ਕਰੇਗੀ ਕਿ ਉਹ ਪੁੱਛ-ਕੁਛ ਤੁਸੀਂ ਉਹਨਾਂ ਨੂੰ ਅਰਜ਼ੀ ਦਿਓਗੇ, ਉਹ ਤੇ ਡਿਟੈਂਸ਼ਨ 'ਚ ਕੀ ਪੁੱਛਗਿੱਛ ਤੁਸੀਂ ਉਹਦੇ ਤੋਂ ਕਰੋਗੇ। ਇਸ ਵੇਲੇ ਮੇਰੇ ਸੋਚ ਨਾਲ ਤਾਂ ਇਹਨਾਂ ਕੋਲ ਸਾਰੇ ਹੈਗੇ ਸਬੂਤ ਹੈਗੇ, ਇਹਨਾਂ ਕੋਲ ਰਿਕਾਰਡਿੰਗਸ ਹੈਗੀਆਂ, ਟੈਲੀਫੋਨ ਤੇ ਉਹ ਧਮਕੀਆਂ ਦਿੰਦਾ ਰਿਹਾ ਇੱਥੇ ਬੰਦਿਆਂ ਨੂੰ, ਉਹਦੇ ਸਾਰੇ ਸਾਥੀ ਫੜੇ ਹੋਏ ਹੈ, ਉਹਨਾਂ ਦੇ ਫੋਨਾਂ ਦਾ ਰਿਕਾਰਡ ਹੋਣਾ ਕਿ ਇਹਦਾ ਫੋਨ ਆਇਆ, ਕਿਹਦੇ ਕੋਲ ਫੋਨ ਆਇਆ। ਤਾਂ ਹੋਰ ਇਹਨਾਂ ਨੇ ਕਾਰਵਾਈ ਉਹਦੇ ਤੇ ਕੀ ਕਰਨੀ ਹੈ। ਗੋਲਡੀ ਬਰਾੜ ਨੇ ਹਾਲਾਂਕਿ ਆਪ ਵੀਡੀਓ ਜਾਰੀ ਕਰਕੇ ਉਹ ਚੀਜ਼ ਨੂੰ ਕਬੂਲਿਆ ਵੀ ਹੈ ਕਿ ਮੈਂ ਸਿੱਧੂ ਮੂਸੇ ਦਾ ਮਰਡਰ ਕਰਾਇਆ, ਤਾਂ ਲੱਗਦਾ ਇਹ ਚੀਜ਼ ਉੱਥੇ ਤਾਂ ਇਹਦੇ 'ਚ ਹੋਰ ਪੁੱਛਣ ਵਾਲੀ ਕਿਹੜੀ ਗੱਲ ਹੈ। ਤੇ ਇਹਨਾਂ ਨੂੰ ਮੇਰਾ ਖਿਆਲ ਹੈ ਸਿਰਫ ਧਿਆਨ ਇਸੇ ਤੇ ਐਕਸਟ੍ਰੈਡੀਸ਼ਨ ਤੇ ਦੇਣਾ ਚਾਹੀਦਾ। ਪਹਿਲਾਂ ਤਾਂ ਡਿਪੋਰਟ ਟਰਾਈ ਕਰਨ ਕਿ ਜੇ ਗਲਤ ਤਰੀਕੇ ਨਾਲ ਅੰਦਰ ਆਇਆ ਅਮਰੀਕਾ ਦੇ, ਕਿ ਜੀ ਇਹਨੂੰ ਡਿਪੋਰਟ ਕਰੋ, ਇਹ ਸਾਡਾ ਪੁਰਾਣਾ ਨਾਗਰਿਕ ਹੈ ਹਿੰਦੁਸਤਾਨ ਦਾ, ਸਾਡੇ ਪਾਸਪੋਰਟ ਤੇ ਬਾਹਰ ਗਿਆ ਹੈ, ਤਾਂ ਇਸ ਕਰਕੇ ਇਹਨੂੰ ਸਾਡੇ ਕੋਲ ਵਾਪਸ ਦਿਓ। ਸਭ ਬਹੁਤ ਸਾਰੇ ਜਿਹੜੇ ਅੱਜ ਦੇ ਨੌਜਵਾਨ ਨੇ ਉਹ ਇਹ ਸੋਚਦੇ ਨੇ ਕਿ ਅਸੀਂ ਜੇ ਜੁਰਮ ਕਰ ਲਿਆ, ਪਿੱਛੇ ਬੈਠੀਆਂ ਤਾਕਤਾਂ ਸਾਨੂੰ ਭਾਰਤ ਤੋਂ ਕਿਤੇ ਹੋਰ ਕੰਟਰੀ ਲੈ ਜਾਣਗੀਆਂ, ਸਾਨੂੰ ਬਚਾ ਲੈਣਗੀਆਂ, ਪਰ ਕਹਿੰਦੇ ਨੇ ਕਿ ਕਾਨੂੰਨ ਤੋਂ ਕੋਈ ਨਹੀਂ ਬਚ ਸਕਦਾ ਹੁੰਦਾ। ਤਾਂ ਫਿਰ ਉਹੀ ਗੱਲ ਇਹ ਗੋਲਡੀ ਬਰਾੜ ਵਾਲੇ ਵੀ ਅੱਜ ਐਗਜ਼ਾਮਪਲ ਦਰਸਾਉਂਦੀ ਹੋਈ ਨਜ਼ਰ ਆਉਂਦੀ ਹੈ ਕਿ ਭਾਵੇਂ ਤੁਸੀਂ ਜਿੱਥੋਂ ਮਰਜ਼ੀ ਹੋ, ਤਾਂ ਤੁਸੀਂ ਜੇਕਰ ਫੜੇ ਜਾਂਦੇ ਹੋ ਤਾਂ ਤੁਹਾਨੂੰ ਫਿਰ ਇੱਥੇ ਆ ਕੇ ਉਹ ਕਾਨੂੰਨੀਆਂ ਚੀਜ਼ਾਂ ਦਾ ਤੁਹਾਨੂੰ ਸਾਹਮਣਾ ਵੀ ਕਰਨਾ ਪਏਗਾ। ਇਹ ਬਹੁਤ ਜ਼ਰੂਰੀ ਹੈ ਕਿ ਇਹ ਸੁਨੇਹਾ ਪੰਜਾਬ ਦੇ ਵਿੱਚ ਜਾਵੇ। ਇਹ ਨਾ ਸੋਚਣ ਕਿ ਅਸੀਂ ਕੈਨੇਡਾ 'ਚ ਬੈਠ ਕੇ ਜੋ ਮਰਜ਼ੀ ਕਰੀ ਜਾਵੇ, ਸਾਨੂੰ ਕੋਈ ਫੜ ਨਹੀਂ ਸਕਦਾ। ਇਹਦੇ 'ਚ ਤਾਲਮੇਲ ਪੰਜਾਬ ਪੁਲਿਸ ਦਾ ਦਿੱਲੀ ਦੀ ਏਜੰਸੀਆਂ ਨਾਲ, CBI ਨਾਲ, ਦਿੱਲੀ IB ਨਾਲ, ਕਿਉਂਕਿ ਤੁਸੀਂ ਟੈਲੀਫੋਨ ਕਾਲਸ ਵਗੈਰਾ ਮੋਨੀਟਰ ਕਰਦੇ ਹੋ, ਤੇ ਇਹਨਾਂ ਨੇ ਕਈ ਪਾਸਿਓਂ ਇਹ ਤੈਅ ਕੀਤਾ ਹੋਣਾ, ਇਕੱਲਾ ਇੱਕ ਨਹੀਂ ਤਰੀਕਾ ਹੁੰਦਾ। ਉਹਦੇ ਫੋਨ ਤੋਂ ਲੋਕੇਟ ਕਰਨਗੇ ਕਿੱਥੇ ਹੈ। ਸੋ ਇਸ ਕਰਕੇ IB ਆ ਜਾਂਦੀ ਹੈ, ਇੱਥੋਂ ਦੀ ਪੁਲਿਸ ਆ ਜਾਂਦੀ ਹੈ। ਇਹਨਾਂ 'ਚ ਤਾਲਮੇਲ ਬਹੁਤ ਜ਼ਰੂਰੀ ਹੈ, ਉਹਦੇ ਬਗੈਰ ਤੁਸੀਂ ਇਹ ਕਰ, ਕਿਉਂਕਿ ਹੁਣ ਜਿਹੜੀ ਐਕਸਟ੍ਰੈਡੀਸ਼ਨ ਦੀ ਕਾਰਵਾਈ ਹੈ ਉਹ CBI ਨੇ ਕਰਨੀ ਹੈ। ਤੋ ਜਦ ਤਾਈਂ ਦੋਨੋਂ ਸਾਰੀਆਂ ਏਜੰਸੀਆਂ ਕੇਂਦਰ ਸਰਕਾਰ ਦੀਆਂ ਤੇ ਸੂਬੇ ਦੀਆਂ ਇਕੱਠੀਆਂ ਨਹੀਂ ਚੱਲਦੀਆਂ ਤੇ ਇਹਦਾ ਤੁਸੀਂ ਇਲਾਜ ਨਹੀਂ ਲੱਭ ਸਕਦੇ। ਇਸ ਕਰਕੇ ਤਣਾਅ ਜੇ ਬਣਾਓ ਤੁਸੀਂ, ਉੱਥੋਂ ਦੀ ਸਰਕਾਰ ਤੇ ਇੱਥੋਂ ਦੀ ਸਰਕਾਰ ਦੇ ਵਿੱਚ ਤਣਾਅ ਹੋਵੇ, ਉਹਦਾ ਫਾਇਦਾ ਨਹੀਂ ਹੈ, ਉਹਦਾ ਨੁਕਸਾਨ ਹੈ। ਔਰ ਇੱਕ ਪਿੱਛੇ ਸੁਖਪ੍ਰੀਤ ਬੁੱਢਾ ਵੀ ਸੀ ਗੈਂਗਸਟਰ, ਉਹ ਅਰਮੀਨੀਆ ਦੇ ਵਿੱਚ ਫੜਿਆ ਗਿਆ ਸੀ। ਹਾਲਾਂਕਿ ਉਸ ਨੂੰ 2 ਦਿਨਾਂ ਦੇ ਵਿੱਚ ਹੀ ਇੱਥੇ ਲੈ ਕੇ ਆਇਆ ਗਿਆ ਸੀਗਾ, ਬੜੀ ਆਸਾਨੀ ਦੇ ਨਾਲ ਉਹ ਆ ਗਿਆ ਸੀਗਾ। ਤਾਂ ਇਹ ਹੁਣ ਡਿਪੈਂਡ ਕਰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਜੇ ਤਾਂ ਡਿਪੋਰਟ ਦੇ ਉੱਤੇ ਜ਼ੋਰ ਦਿੰਦੇ ਨੇ ਤਾਂ ਆਸਾਨੀ ਨਾਲ ਹੋਊਗਾ, ਜੇਕਰ ਐਕਸਟ੍ਰੈਡੀਸ਼ਨ ਵਾਲੇ ਪਾਸੇ ਜਾਂਦੇ ਨੇ ਫਿਰ ਉਹ ਕਾਨੂੰਨੀ ਕਾਰਵਾਈ ਹੈ, ਉਹ ਕਾਨੂੰਨੀ ਕਾਰਵਾਈ ਹੈ। ਉਹਦੇ 'ਚ ਕੁਝ ਕਦਮ ਹੁੰਦੇ ਆ ਜਿਹੜੇ ਉਹਨਾਂ ਨੂੰ ਨਿਭਾਉਣੇ ਹੀ ਪੈਣੇ ਆ। ਉੱਥੋਂ ਦੀ ਜਿਹੜੀ ਕਚਹਿਰੀ ਹੈ ਉਹ ਸ਼ਾਰਟਕਟ ਨਹੀਂ ਉਹਦੇ 'ਚ ਲੈ ਸਕਦੇ। ਬਹੁਤ ਥਾਵਾਂ ਤੇ ਇਹ ਵੀ ਪੜ੍ਹ ਰਿਹਾ ਸੀ, ਕਿਸੇ ਨੇ ਲਿਖਿਆ ਹੋਇਆ ਸੀ ਕਿ ਅਮਰੀਕਾ ਦੇ ਵਿੱਚ ਜਿਹੜੀ ਹੈ ਵੈਸਟਰਨ ਕੋਸਟ ਜਗ੍ਹਾ ਨੇ, ਇੱਥੇ ਕਾਨੂੰਨ ਥੋੜਾ ਕਹਿੰਦੇ ਕਿ
ਉਸ ਤਰੀਕੇ ਦੇ ਨਾਲ ਨਹੀਂ ਹਾਰਸ਼ ਹੈ, ਜਾਂ ਜਿਸ ਤਰੀਕੇ ਨਾਲ ਆਪਣੇ ਇੰਡੀਆ ਦੇ ਆਪਾਂ ਕਾਨੂੰਨ ਦੀ ਗੱਲ ਕਰ ਲਈ ਜਿੱਥੇ ਓਵਰਆਲ ਸਾਰੇ ਪਾਸੇ ਇੱਕ ਹੀ ਆਪਣੀ IPC ਲੱਗਦੀ ਹੈ, ਕਿ ਵੈਸਟਰਨ ਕੋਸਟ ਦੇ ਵਿੱਚ ਕੁਝ ਅਜਿਹਾ ਹੈ ਕਿ ਉੱਥੇ ਥੋੜਾ ਲਾਜ਼ ਚੇਂਜ ਹੋ ਜਾਂਦੇ ਨੇ? ਨਹੀਂ, ਐਕਸਟ੍ਰੈਡੀਸ਼ਨ ਜਿਹੜੀ ਹੁੰਦੀ ਹੈ ਉਹ ਇੱਕੋ ਹੀ ਕਾਨੂੰਨ ਹੁੰਦਾ ਹੈ ਅਮਰੀਕਾ ਦਾ। ਸੋ ਜਿਹੜਾ ਐਕਸਟ੍ਰੈਡੀਸ਼ਨ ਹਿੰਦੁਸਤਾਨ ਨਾਲ ਗੱਲ ਹੋਗੀ ਉਹ ਕੈਲੀਫੋਰਨੀਆ ਤੈਅ ਨਹੀਂ ਕਰ ਸਕਦਾ। ਕੈਲੀਫੋਰਨੀਆ ਦਾ ਜੱਜ ਕੈਲੀਫੋਰਨੀਆ ਦਾ ਹੋਏਗਾ, ਲੇਕਿਨ ਇਹ ਕਾਨੂੰਨ ਜਿਹੜਾ ਹੈਗਾ ਐਕਸਟ੍ਰੈਡੀਸ਼ਨ ਦਾ ਜਿਹੜਾ ਮੈਜਿਸਟ੍ਰੇਟ ਅਪਾਇੰਟ ਜਾਂ ਜੱਜ ਅਪਾਇੰਟ ਕਰੇਗਾ ਉਹ ਸਟੇਟ ਡਿਪਾਰਟਮੈਂਟ ਦੀ ਨੂੰ ਪੁੱਛ ਕੇ ਉਹ ਕਰਨਗੇ ਜੀ, ਔਰ ਇਹਦੀ ਕਾਰਵਾਈ ਸਟੇਟ ਡਿਪਾਰਟਮੈਂਟ ਵਾਸ਼ਿੰਗਟਨ 'ਚ ਕਰੇਗੀ। ਇਹ ਕੋਈ ਹਰੇਕ ਕਾਨੂੰਨ ਅਲੱਗ-ਅਲੱਗ ਨਹੀਂ ਹੋ ਸਕਦਾ। ਐਕਸਟ੍ਰੈਡੀਸ਼ਨ ਲਈ ਸਾਰਾ ਇੱਕੋ ਹੀ ਏਜੰਸੀ ਹੈਗੀ ਜਿਹੜੀ ਵਾਸ਼ਿੰਗਟਨ 'ਚ ਹੋਏਗੀ। ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਸਮਾਂ ਦੇਣ ਦੇ ਲਈ। ਤਾਂ KC ਸਿੰਘ ਡਿਪਲੋਮੈਟ, ਫਾਰਮਰ ਡਿਪਲੋਮੈਟ ਨੇ, ਬਹੁਤ ਪਕੜ ਰੱਖਦੇ ਨੇ ਸਟ੍ਰੈਟੇਜਿਕ ਅਫੇਅਰਸ ਦੇ ਉੱਤੇ, ਇਹਨਾਂ ਚੀਜ਼ਾਂ ਦੇ ਉੱਤੇ, ਔਰ ਉਹਨਾਂ ਦੇ ਵੱਲੋਂ ਇਸ ਪੂਰੇ ਕੇਸ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਗੋਲਡੀ ਬਰਾੜ ਨੂੰ ਜੇਕਰ ਇੰਡੀਆ ਲੈ ਕੇ ਆਉਣਾ ਹੈ ਤਾਂ ਕਿਵੇਂ ਉਹ ਇੰਡੀਆ ਆ ਸਕਦਾ ਹੈ, ਕੀ ਕਾਨੂੰਨੀ ਦਾਅ ਪੇਚ ਹੋ ਸਕਦੇ ਨੇ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਡਿਪੋਰਟ ਦੇ ਉੱਤੇ ਜ਼ੋਰ ਦਿੱਤਾ ਜਾਵੇ ਤਾਂ ਉਹ ਆਸਾਨੀ ਦੇ ਨਾਲ ਜਲਦ ਹੋ ਸਕਦਾ ਹੈ, ਪਰ ਜੇ ਐਕਸਟ੍ਰੈਡੀਸ਼ਨ ਟ੍ਰੀਟੀ ਦੇ ਵਿੱਚ ਭਾਰਤ ਸਰਕਾਰ ਪੈਂਦੀ ਹੈ ਪੰਜਾਬ ਤੋਂ, ਔਰ ਨਾਲ ਹੀ ਜਿਸ ਤਰੀਕੇ ਨਾਲ ਡੋਜ਼ੀਅਰ ਜਾਂਦਾ ਹੈ, ਤਾਂ ਉਸ ਦੇ ਵਿੱਚ ਸਮਾਂ ਜ਼ਰੂਰ ਲੱਗ ਸਕਦਾ ਹੈ, ਪਰ ਇਦਾਂ ਨਹੀਂ ਕਿ ਗੋਲਡੀ ਬਰਾੜ ਹੁਣ ਬਚ ਜਾਵੇ। ਤਾਂ ਇਹ ਸੁਨੇਹਾ ਉਹਨਾਂ तमाम ਨੌਜਵਾਨਾਂ ਨੂੰ ਵੀ ਹੈ ਕਿ ਜੋ ਇਹੋ ਜਿਹੇ ਬਹਿਕਾਵੇ ਦੇ ਵਿੱਚ ਆ ਜਾਂਦੇ ਨੇ, ਜੋ ਜੁਰਮ ਦੀ ਦੁਨੀਆ ਦੇ ਵਿੱਚ ਪੈਰ ਧਰਾਵਾ ਕਰ ਲੈਂਦੇ ਨੇ ਔਰ ਇਹ ਸੋਚ ਲੈਂਦੇ ਨੇ ਕਿ ਅਸੀਂ ਬਚ ਜਾਵਾਂਗੇ, ਸਾਡੇ ਪਿੱਛੇ ਆਕਾ ਜਿਹੜੇ ਬੈਠੇ ਹੋਏ ਨੇ ਸਾਨੂੰ ਬਚਾ ਲੈਣਗੇ, ਤਾਂ ਜੁਰਮ ਦੀ ਦੁਨੀਆ ਦੇ ਵਿੱਚ ਜੇਕਰ ਤੁਸੀਂ ਪੈਰ ਧਰਾਵਾ ਕਰਦੇ ਹੋ ਤਾਂ ਤੁਹਾਨੂੰ ਕਾਨੂੰਨ ਦਾ ਫਿਰ ਸਾਹਮਣਾ ਵੀ ਕਰਨਾ ਪਊਗਾ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ TV। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ TV ਦਾ ਮੋਬਾਈਲ ਐਪ।